ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਖਾਸ ਖਬਰਾਂ ਨੇ ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੀਆਂ ਹੋਈਆਂ। ਸੋ ਸਭ ਤੋਂ ਪਹਿਲਾਂ ਰੁੱਖ ਕਿਸਾਨੀ ਸੰਘਰਸ਼ ਦੇ ਵੱਲ ਕਰਾਂਗੇ। ਕਿਸਾਨ ਜਥੇਬੰਦੀਆਂ ਲਗਾਤਾਰ ਡਟੀਆਂ ਹੋਈਆਂ ਨੇ ਤੇ ਸੰਘਰਸ਼ ਨੂੰ ਲੈ ਕੇ ਲੰਮੇ ਐਲਾਨਾਂ ਦੇ ਲਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਗਲੇ ਪੈਂਤੜੇ ਘੜੇ ਜਾ ਰਹੇ ਨੇ। ਕਿਸਾਨਾਂ ਨੂੰ ਬੀਤੇ ਦਿਨੀ ਮੀਟਿੰਗ ਦੇ ਲਈ ਸੱਦਾ ਆਇਆ। ਕੇਂਦਰ ਸਰਕਾਰ ਦੇ ਵੱਲੋਂ ਪੱਤਰ ਲਿਖਿਆ ਗਿਆ, ਜਿਸ ਪੱਤਰ ਦੇ ਵਿੱਚ 30 ਦਸੰਬਰ ਭਾਵ ਕਿ ਕੱਲ ਨੂੰ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਦੇ ਵਿੱਚ ਸਮਾਂ ਤੈਅ ਕੀਤਾ ਗਿਆ 2 ਵਜੇ ਦਾ ਤੇ ਸਥਾਨ ਹੈ ਵਿਗਿਆਨ ਭਵਨ, ਜਿੱਥੇ ਬੈਠ ਕੇ ਕਿਸਾਨਾਂ ਨੂੰ ਬੈਠਕ ਦੇ ਵਿੱਚ ਗੱਲਬਾਤ ਕਰਨ ਦਾ ਸੱਦਾ ਭੇਜਿਆ ਗਿਆ। ਹਾਲਾਂਕਿ ਕਿਸਾਨਾਂ ਦੇ ਵੱਲੋਂ ਭੇਜੇ ਗਏ ਪ੍ਰਸਤਾਵ ਦੇ ਵਿੱਚ ਕਿਸਾਨਾਂ ਨੇ 4 ਮਦਾਂ ਲਿਖ ਕੇ ਭੇਜੀਆਂ ਨੇ ਕਿ ਅਸੀਂ ਸਿਰਫ ਇਹਨਾਂ ਮਦਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਆਉਣਾ। ਸੋ 30 ਦਸੰਬਰ ਨੂੰ ਕਿਸਾਨਾਂ ਦੀ ਟਰੈਕਟਰ ਰੈਲੀ ਹੈ, ਜਿਸ ਦੇ ਵਿੱਚ ਕਿਸਾਨਾਂ ਦੇ ਟਰੈਕਟਰ ਵੱਡੇ ਪੱਧਰ ਦੇ ਉੱਤੇ ਪਹੁੰਚ ਰਹੇ ਨੇ ਤੇ ਉਸ ਰੈਲੀ ਨੂੰ ਲੈ ਕੇ ਵੀ ਸਸਪੈਂਸ ਹੈ ਕਿ ਆਖਰਕਾਰ ਹੁਣ ਕਿਸਾਨ ਉਸ ਟਰੈਕਟਰ ਰੈਲੀ ਨੂੰ ਰੱਦ ਕਰਦੇ ਨੇ ਜਾਂ ਫਿਰ ਦੋਹਾਂ ਚੀਜ਼ਾਂ ਨੂੰ ਪੈਰਲਲ ਚਲਾਇਆ ਜਾਵੇਗਾ। ਇੱਕ ਪਾਸੇ ਵਿਗਿਆਨ ਭਵਨ ਦੇ ਵਿੱਚ ਕਿਸਾਨ ਆਗੂਆਂ ਦੀ ਬੈਠਕ ਚੱਲੇਗੀ ਤੇ ਦੂਜੇ ਪਾਸੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਜੋ ਕਿ ਬਾਰਡਰਾਂ ਦੇ ਉੱਤੇ ਕਿਸਾਨ ਡਟੇ ਨੇ, ਉਹਨਾਂ ਦੀ ਟਰੈਕਟਰ ਰੈਲੀ ਦਾ ਵੀ ਲੋਕਾਂ ਨੂੰ ਦ੍ਰਿਸ਼ ਵੇਖਣ ਨੂੰ ਮਿਲੇਗਾ। ਸੋ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸਸਪੈਂਸ ਬਰਕਰਾਰ ਹੈ ਤੇ ਕਿਸਾਨ ਆਗੂਆਂ ਦੀਆਂ ਮੀਟਿੰਗਾਂ ਦਾ ਵੀ ਦੌਰ ਲਗਾਤਾਰ ਜਾਰੀ ਹੈ। ਉਧਰ ਹੁਣ ਕਿਸਾਨਾਂ ਨੂੰ ਆਏ ਸੱਦੇ ਦੇ ਉੱਤੇ ਲਗਾਤਾਰ ਸਿਆਸਤ ਵੀ ਗਰਮਾਉਂਦੀ ਜਾ ਰਹੀ ਹੈ। ਸਿਆਸੀ ਬਿਆਨ ਇਸ ਦੇ ਉੱਤੇ ਆਉਣੇ ਸ਼ੁਰੂ ਹੋਏ ਨੇ ਕਿ ਜੋ ਮੀਟਿੰਗ ਦਾ ਸੱਦਾ ਕਿਸਾਨਾਂ ਨੇ 29 ਤਰੀਕ ਨੂੰ ਲੈ ਕੇ ਐਲਾਨ ਕੀਤਾ ਸੀ, ਉਹ 30 ਦਸੰਬਰ ਨੂੰ ਆਖਰਕਾਰ ਕਿਉਂ ਹੋਇਆ। ਇਸ ਦੇ ਉੱਤੇ ਲੁਧਿਆਣਾ ਤੋਂ ਸੰਸਦ ਰਵਨੀਤ ਬਿੱਟੂ ਦਾ ਬਿਆਨ ਹੈ। ਕੀ ਕੁਝ ਕਹਿ ਰਹੇ ਨੇ ਰਵਨੀਤ ਬਿੱਟੂ, ਆਓ ਸੁਣਦੇ ਹਾਂ। ਦੇਖੋ, ਕਿਸਾਨਾਂ ਨੇ ਬਹੁਤ ਖੁੱਲੇ ਮਨ ਨਾਲ ਇਹਨਾਂ ਨੂੰ 29 ਤਰੀਕ ਉਹਨਾਂ ਨੇ ਕਹਿਤਾ ਸੀ ਵੀ ਸਾਨੂੰ 29 ਤਰੀਕ ਨੂੰ ਜਿੱਦਣ ਮਰਜ਼ੀ ਜਿੰਨੇ ਵਜੇ ਮਰਜ਼ੀ ਬੁਲਾ ਲਓ। ਚਲੋ, ਉਹਦੇ ਵਿੱਚ ਕਈ ਸਰਕਾਰ ਦੀਆਂ ਨੀਤੀਆਂ ਹੁੰਦੀਆਂ, ਰਣਨੀਤੀਆਂ ਹੁੰਦੀਆਂ, ਕਿਉਂਕਿ 30 ਦਾ ਇੱਕ ਪ੍ਰੋਗਰਾਮ ਅਲੱਗ ਆ ਦਿੱਤਾ ਹੋਇਆ ਸੀ ਟਰੈਕਟਰਾਂ ਦਾ। ਚਲੋ, ਆਪਾਂ ਲੰਬੀ ਗੱਲ 'ਚ ਨਾ ਜਾਂਦੇ ਹੋਏ, ਪਰ ਜਿਹੜੀ ਅੱਜ ਦੀ ਚਿੱਠੀ ਆ ਉਹਨਾਂ ਨੇ ਫਿਰ ਉਸੇ ਤਰੀਕੇ ਨਾਲ ਵੀ ਅਸੀਂ ਖੁੱਲੇ ਮਨ ਨਾਲ ਵਿਚਾਰ ਕਰਨ ਨੂੰ ਤਿਆਰ ਹਾਂ। ਹੁਣ ਇਦੋਂ ਖੁੱਲੇ ਮਨ ਕੀ ਹੋਣ, ਮੈਨੂੰ ਇਹ ਤਾਂ ਸਮਝਾਉਣ ਵੀ ਖੁੱਲ੍ਹਾ ਮਨ ਦਾ ਮਤਲਬ ਕੀ ਹੁੰਦਾ। ਅੱਜ ਤੱਕ ਉਹ ਖੁੱਲੇ 10-10 ਘੰਟੇ 11-11 ਘੰਟੇ ਉਹ ਖੁੱਲੇ ਮਨ ਨਹੀਂ ਸੀ। ਅੱਜ ਬੰਦ ਕੀਤੇ ਹੋਏ ਸੀ ਡੱਬੀ 'ਚ ਮਨ। ਤੁਹਾਡੇ ਬੇਸ਼ੱਕ ਬੰਦ ਹੋਣਗੇ, ਉਹਨਾਂ ਦੇ ਤਾਂ ਖੁੱਲੇ ਮਨ ਹੀ ਨੇ, ਪਰ ਉਹਦੇ ਵਿੱਚ ਫੇਰ ਤੁਸੀਂ ਖੁੱਲੇ ਮਨ ਤੋਂ ਬਾਅਦ ਇਹ ਲਿਖ ਕੇ ਥੱਲੇ ਪੁਆਇੰਟ ਲਿਖਤੇ, ਫੇਰ ਪੁਆਇੰਟ ਲਿਖਤੇ। ਹੁਣ ਇਹ ਫੈਸਲਾ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਸੀ ਤਾਂ ਉਹਨਾਂ ਦੇ ਇਸ਼ਾਰੇ ਤੇ ਉਹਨਾਂ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣਾ ਹੈ। ਪਰ ਛੋਟੀ ਗੱਲ ਫੇਰ ਅੱਜ ਸਰਕਾਰ ਨੇ ਜ਼ਰੂਰ ਕੀਤੀ ਹੈ, ਜਿਵੇਂ ਕਿ ਕਿਸਾਨਾਂ ਨੇ ਵੱਡਾ ਦਿਲ ਕਹਿ ਕੇ ਵੀ ਸਾਡੀ ਸਰਕਾਰ ਆ, ਸਾਡੇ ਜਿਹੜੇ ਲੋਕ, ਜਿਹੜੀ ਸਰਕਾਰ ਆ, ਲੀਡਰ ਆ, ਉਹ ਸਾਡੇ ਮੰਨ ਕੇ ਉਹਨਾਂ ਨੇ ਇਹ ਗੱਲ ਕੀਤੀ ਸੀ। ਪਰ ਤੁਸੀਂ ਅੱਜ ਫੇਰ ਛੋਟੀ ਗੱਲ ਕੀਤੀ ਹੈ, ਤੁਸੀਂ ਖੁੱਲੇ ਮਨ ਨਾਲ ਨਹੀਂ ਗੱਲ ਕੀਤੀ, ਤੁਸੀਂ ਫੇਰ ਇਹਨੂੰ ਲੰਬਾ ਪਾਉਣ ਦੀ ਤੁਹਾਡੀ ਵਿੱਚੋਂ ਨੀਅਤ ਝਲਕ ਰਹੀ ਆ। ਨਹੀਂ, ਤੁਸੀਂ ਖੁੱਲੇ ਮਨ ਨਾਲ ਗੱਲ ਲਿਖ ਕੇ ਫੇਰ ਪੁਆਇੰਟ ਕਿਉਂ ਲਿਖੇ ਥੱਲੇ ਵੀ MSP ਤੇ ਗੱਲ ਕਰਾਂਗੇ ਜੀ, ਪਾਵਰ ਬਿੱਲ ਤੇ ਗੱਲ ਕਰਾਂਗੇ, ਪਰਾਲੀ ਵਾਲੇ ਤੇ ਕਰਾਂਗੇ, ਮੰਡੀ ਵਾਲੇ ਤੇ ਕਰਾਂਗੇ। ਤੁਹਾਨੂੰ ਜਦੋਂ ਇੱਕ ਵਾਰ ਕਹਿ ਤਾ ਵੀ ਉਹ ਕੋ ਵੀ ਤੁਸੀਂ ਗੱਲ ਕਰਨ ਆਓ, ਤੁਸੀਂ ਸਿਰਫ ਗੱਲਬਾਤ ਉਹਨਾਂ ਨੂੰ ਕਹੋ ਖੁੱਲੇ ਮਨ ਨਾਲ ਅਸੀਂ ਬੈਠੇ ਹਾਂ, ਤੁਸੀਂ ਖੁੱਲੇ ਮਨ ਨਾਲ ਆ ਜਾਓ, ਕਿਉਂ ਪੁਆਇੰਟ ਪਾਏ ਵਿੱਚ। ਪਰ ਚਲੋ, ਹੁਣ ਉਹ ਫੈਸਲਾ, ਮੀਟਿੰਗ ਲੰਬੀ ਚੱਲ ਰਹੀ ਆ, ਉਹ 'ਚ ਤੁਸੀਂ ਜਿਹੜਾ ਸਮਾਂ 30 ਤਰੀਕ ਵੀ ਬਦਲਤੀ, 2 ਵਜੇ ਕੀਤਾ, ਉਹ ਹੁਣ ਉਹਨਾਂ ਦਾ ਹੁਕਮ ਹੋਊਗਾ ਜਿਵੇਂ, ਪਰ ਤੁਸੀਂ ਕੋਈ ਵੱਡਾ ਦਿਲ ਹਜੇ ਨਹੀਂ ਦਿਖਾਇਆ ਮੈਨੂੰ ਜੋ ਲੱਗਦਾ। ਉਧਰ ਕਾਂਗਰਸ ਪਾਰਟੀ ਦਾ 136ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਮੌਕੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਪ੍ਰੋਗਰਾਮਾਂ ਦਾ ਆਗਾਜ਼ ਕਰਵਾਇਆ ਗਿਆ। ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਾਂਗਰਸੀਆਂ ਦੇ ਵੱਲੋਂ ਇਸ ਮੌਕੇ ਦੇ ਉੱਤੇ ਪ੍ਰੋਗਰਾਮ ਕਰਵਾਏ ਗਏ ਨੇ। ਉਧਰ ਇਸ ਮੌਕੇ ਦੇ ਉੱਤੇ ਸੁਨੀਲ ਜਾਖੜ ਨੇ ਇੱਕ ਪਾਸੇ ਜਿੱਥੇ ਸਾਰਿਆਂ ਨੂੰ ਇਸ ਦਿਨ ਦੀ ਮੁਬਾਰਕਬਾਦ ਵੀ ਦਿੱਤੀ, ਉੱਥੇ ਹੀ ਕਿਸਾਨੀ ਮਸਲੇ ਨੂੰ ਲੈ ਕੇ ਵੀ ਸੁਨੀਲ ਜਾਖੜ ਨੇ ਟਿੱਪਣੀ ਕੀਤੀ ਹੈ ਤੇ ਜਾਖੜ ਨੇ ਭਾਜਪਾ ਨੂੰ ਕਰੜੇ ਹੱਥੀ ਲਿਆ। ਦੇਖੋ, ਮੈਂ ਸਮਝਦਾ ਵੀ ਅੱਜ ਕਾਂਗਰਸ ਪਾਰਟੀ ਵਾਸਤੇ, ਕਾਂਗਰਸ ਦੇ ਕਾਰਜਕਰਤਾ ਸਾਰੇ, ਉਹਨਾਂ ਦੇ ਲੀਡਰ ਸਾਹਿਬਾਨ, ਉਹਨਾਂ ਵਾਸਤੇ ਤਾਂ ਇੱਕ ਬਹੁਤ ਹੀ ਮੁਬਾਰਕ ਮੌਕਾ ਹੈ। ਉਹਨਾਂ ਨੂੰ ਮੈਂ ਵਧਾਈ ਵੀ ਦਿੱਤੀ ਹੈ, ਪਰ ਮੈਂ ਸਮਝਦਾ ਦੇਸ਼ ਵਾਸਤੇ ਵੀ, ਦੇਸ਼ ਦੇ ਇਤਿਹਾਸ ਦੇ ਵਿੱਚ ਵੀ ਸਵਰਨਿਮ ਅੱਖਰਾਂ ਦੇ ਵਿੱਚ ਲਿਖਿਆ ਇੱਕ ਦਿਵਸ ਹੈ। ਤੇ ਅੱਜ ਜਿਹੜਾ 1885 ਦੇ ਅੰਦਰ ਹਾਲਾਤ ਸੀਗੇ, ਮੈਂ ਸਮਝਦਾ ਦੇਸ਼ ਦੇ ਅੰਦਰ ਉਸੇ ਕਿਸਮ ਦੇ ਹਾਲਾਤ ਫੇਰ ਵਾਪਰ ਰਹੇ ਹੈ। ਅੱਜ ਕਾਂਗਰਸ ਦੀ ਉਨੀ ਹੀ ਲੋੜ ਅੱਜ ਹੈ ਜਿੰਨੀ 1885 'ਚ ਸੀਗੀ। ਜਿਹੜੇ ਆਬਜੈਕਟਿਵਸ ਨੂੰ ਲੈ ਕੇ, ਜਿਹੜੇ ਮੇਨ ਵਿਸ਼ਿਆਂ ਨੂੰ ਲੈ ਕੇ ਕਾਂਗਰਸ ਦੀ ਸਥਾਪਨਾ ਕੀਤੀ ਗਈ ਸੀ, ਦੇਸ਼ ਦੇ ਅੰਦਰ ਭਾਈਚਾਰਾ, ਦੇਸ਼ ਦੇ ਲੋਕਾਂ ਦੀ ਆਵਾਜ਼ ਬਣ ਕੇ, ਜਿਹੜੇ ਤਾਨਾਸ਼ਾਹੀ ਇੱਥੇ ਤਾਕਤਾਂ ਬੈਠੀਆਂ ਸੀਗੀਆਂ, ਜਿਹੜੇ ਅੰਗਰੇਜ਼ ਇੱਥੇ ਆ ਕੇ ਕਾਬੂ ਹੋਏ ਸੀ, ਉਹਨਾਂ ਦੇ ਖਿਲਾਫ ਇੱਕ ਲਾਮਬੰਦ ਦੇਸ਼ ਨੂੰ ਕਰਨ ਦੀ ਜਿਹੜੀ ਸੋਚ ਨਾਲ ਕਾਂਗਰਸ ਪਾਰਟੀ ਬਣਾਈ ਗਈ,
ਉਹਦੀ ਲੋੜ ਅੱਜ ਉਨੀ ਹੀ ਹੈ ਜਿਹੜੀ 1885 'ਚ ਸੀਗੀ। ਅੱਜ ਜਦੋਂ ਖੁੱਲ੍ਹੇਆਮ ਇਸ ਬੀਜੇਪੀ ਸਰਕਾਰ ਦੀ ਜਿਹੜੀ ਦੇਸ਼ ਦੀ ਸੱਤਾ ਦੇ ਉੱਤੇ ਕਾਬਜ਼ ਹੈ, ਉਹਦੇ ਅਫਸਰ ਇੱਕ ਛੋਟਾ ਬਾਬੂ, ਚਾਹੇ ਗਲੋਰੀਫਾਈਡ ਬਾਬੂ ਕਹਿ ਲਓ, ਜਿਹਨੂੰ ਤਗਮੇ ਲਾ ਕੇ ਉਹਨਾਂ ਨੇ ਨੀਤੀ ਆਯੋਗ ਦਾ ਪ੍ਰਧਾਨ ਬਣਾ ਰੱਖਿਆ, ਉਹਦੀ ਹਿੰਮਤ, ਇਸ ਕਿਸਮ ਦੀ ਇੰਨੀ ਹਿੰਮਤ ਹੋ ਜੇ ਉਹਦੀ ਵੀ ਉਹ ਖੜਾ ਹੋ ਕੇ ਆਹ ਕਹਿ ਦੇਵੇ ਪਬਲਿਕ ਦੇ ਅੰਦਰ ਵੀ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਆਜ਼ਾਦੀ ਹੋ ਚੁੱਕੀ ਹੈ। ਉਹੀ ਲੋਕ ਕਹਿ ਸਕਦੇ ਆ ਜਿਨ੍ਹਾਂ ਨੇ ਆਜ਼ਾਦੀ ਲੈਣ ਵਾਸਤੇ ਕਿਸੇ ਕਿਸਮ ਦੀ ਕੋਈ ਕੁਰਬਾਨੀ ਨਹੀਂ ਕੀਤੀ, ਜਿਨ੍ਹਾਂ ਨੂੰ ਘਰੇ ਬੈਠੇ ਆਜ਼ਾਦੀ ਦਾ ਸੁੱਖ ਮਾਣ ਮੰਨਣ ਦਾ ਮੌਕਾ ਮਿਲ ਗਿਆ, ਕਿਉਂਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਲਾਮਬੰਦ ਕਰਕੇ, ਜਿੱਥੇ ਕਾਂਗਰਸ ਦੇ ਨੇਤਾਵਾਂ ਨੇ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨੇ ਲੱਖਾਂ ਦੀ ਤਾਦਾਦ ਦੇ ਅੰਦਰ ਕੁਰਬਾਨੀਆਂ ਦਿੱਤੀਆਂ। ਸ਼ਹੀਦ ਭਗਤ ਸਿੰਘ ਨੇ ਫਾਂਸੀ 23 ਸਾਲ ਦੀ ਉਮਰ 'ਚ ਲਈ, ਜਿੱਥੇ ਲਾਲਾ ਲਾਜਪਤ ਰਾਏ ਨੇ ਇਸ ਕਿਸਮ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਲੜਦੇ ਹੋਏ ਛਾਤੀ ਦੇ ਉੱਤੇ ਲਾਠੀਆਂ ਖਾਧੀਆਂ ਤੇ ਕਾਲਾ ਪਾਣੀ ਦੀ ਜੇਲ੍ਹਾਂ ਭਰੀਆਂ। ਉਹ ਲੋਕ ਆਜ਼ਾਦੀ ਦੀ ਕੀਮਤ ਸਮਝਦੇ ਆ। ਜਿਨ੍ਹਾਂ ਨੂੰ ਮੁਫਤ ਦੇ ਅੰਦਰ ਘਰੇ ਬੈਠੇ ਆਜ਼ਾਦੀ ਮਿਲ ਗਈ, ਉਹਨਾਂ ਨੂੰ ਆਜ਼ਾਦੀ ਭਾਰੀ ਲੱਗਣ ਲੱਗ ਗਈ। ਅੱਜ ਆਜ਼ਾਦੀ ਅੱਖਰ ਰਹੀ ਹੈ ਬੀਜੇਪੀ ਦੀ ਲੀਡਰ ਸਾਹਿਬਾਨ ਨੂੰ, ਕਿਉਂਕਿ ਉਹ ਬੋਲੀ ਜਿਹੜਾ ਹੈ ਹਿਜ਼ ਮਾਸਟਰਸ ਵੌਇਸ ਜਿਹਨੂੰ ਕਹਿੰਦੇ ਹੈ, ਹੀ ਇਜ਼ ਨਾਟ ਸਪੀਕਿੰਗ ਔਨ ਹਿਜ਼ ਓਨ ਬਿਹਾਫ, ਆਪਣੇ ਤੌਰ ਤੇ ਨਹੀਂ ਕਹਿ ਰਿਹਾ। ਜਿਹੜਾ ਨੀਤੀ ਆਯੋਗ ਦਾ ਪ੍ਰਧਾਨ ਹੈ ਉਹ ਆਪਣੇ ਮਾਲਕਾਂ ਦੀ ਪੋਲੀਟੀਕਲ ਮਾਸਟਰਸ ਦੀ ਬੋਲੀ ਬੋਲ ਰਿਹਾ। ਬਹੁਤ ਹੀ ਇੱਕ ਦੇਸ਼ ਵਾਸਤੇ ਚਿੰਤਾ ਦਾ ਵਿਸ਼ਾ ਹੈ। ਅੱਜ ਦੇਸ਼ ਲਾਮਬੰਦ ਜਿੱਥੇ ਹੋਇਆ ਹੈ, ਮੈਂ ਸਮਝਦਾ ਕਾਲੇ ਕਾਨੂੰਨਾਂ ਦੇ ਅੰਦਰ ਵੈਟ ਯੂ ਕਾਲ ਇਜ਼ ਅ ਸਿਲਵਰ ਲਾਈਨਿੰਗ, ਉਹ ਹੈ ਵੀ ਪਹਿਲੀ ਦਫਾ ਇਸ ਕਿਸਮ ਦਾ ਇਕਜੁੱਟਤਾ ਦੇਖੀ ਗਈ ਹੈ ਦੇਸ਼ ਦੇ ਅੰਦਰ ਕਾਲੇ ਕਾਨੂੰਨਾਂ ਦੇ ਖਿਲਾਫ। ਚਾਹੇ ਉਹ ਕਿਸਾਨ ਪੰਜਾਬ ਦਾ ਹੈ, ਚਾਹੇ ਉਹ ਹਰਿਆਣੇ ਦਾ ਹੈ, ਚਾਹੇ ਉਹ ਮਹਾਰਾਸ਼ਟਰ ਦਾ ਹੈ, ਚਾਹੇ ਉਹ ਤੇਲੰਗਾਨਾ ਦਾ ਹੈ। ਅੱਜ ਸਾਰੇ ਇਕੱਠੇ ਹੋ ਕੇ ਕਾਲੇ ਕਾਨੂੰਨ, ਕਾਲੀ ਸੋਚ ਦੇ ਖਿਲਾਫ ਅੱਜ ਦਿੱਲੀ ਦੇ ਖਿਲਾਫ, ਦਿੱਲੀ ਦੇ ਬਾਹਰ ਛਾਵਣੀ ਲਾ ਕੇ ਬੈਠੇ ਹੈ। ਉਧਰ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਵੀ ਸਿਆਸੀ ਦੰਗਲ ਲਗਾਤਾਰ ਭਖਦਾ ਜਾ ਰਿਹਾ। ਪੰਜਾਬ ਦੇ ਵਿੱਚ ਸਥਾਨਕ ਸਰਕਾਰਾਂ ਦੀ ਚੋਣਾਂ ਨੇ, ਜਿਨ੍ਹਾਂ ਚੋਣਾਂ ਦੇ ਵਿੱਚ ਮਿਊਨਿਸਪਲ ਕੌਂਸਲ ਦੇ ਨਾਲ ਹੋਰ ਕਈ ਅਹੁਦਿਆਂ ਦੇ ਲਈ ਚੋਣਾਂ ਹੋਣੀਆਂ ਨੇ, ਜਿਨ੍ਹਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਧਿਰਾਂ ਨੇ ਵੱਖੋ ਵੱਖਰੇ ਐਲਾਨ ਕੀਤੇ ਨੇ। ਇਸ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ ਬੀਤੇ ਦਿਨਾਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਅਕਾਲੀ ਦਲ ਦੇ ਵੱਲੋਂ ਵੀ ਆਪਣੇ ਉਮੀਦਵਾਰ ਐਲਾਨੇ ਗਏ ਨੇ। ਪਹਿਲਾਂ ਅਕਾਲੀ ਦਲ ਦੇ ਵੱਲੋਂ ਕੀ ਕੁਝ ਕਿਹਾ ਉਹ ਸੁਣਾਉਂਦੇ ਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਦੇ ਵੱਲ ਲੈ ਚੱਲਾਂਗੇ, ਜਿਸ ਦੇ ਵਿੱਚ ਭਗਵੰਤ ਮਾਨ ਨੇ ਵੀ ਵੱਖਰੇ ਐਲਾਨ ਕੀਤੇ ਨੇ। ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਦੀ ਮੀਟਿੰਗ ਹੋਈ ਹੈ ਔਰ ਉਚੇਚੇ ਤੌਰ ਤੇ ਜਿਹੜੇ ਜ਼ਿਲ੍ਹੇ ਦੇ ਸਾਡੇ ਅਬਜ਼ਰਵਰ ਨੇ ਸਰਦਾਰ ਸੰਤਾ ਸਿੰਘ ਜੀ ਅਮੈਦਪੁਰੀ ਔਰ ਉਹਨਾਂ ਦੇ ਨਾਲ ਜਿਹੜੇ ਸਹਾਇਕ ਅਬਜ਼ਰਵਰ ਹੈ ਸਰਦਾਰ ਰਣਜੀਤ ਸਿੰਘ ਜੀ ਗਿੱਲ ਸਾਹਿਬ, ਉਹਨਾਂ ਨੇ ਵੀ ਉਚੇਚੇ ਤੌਰ ਦੇ ਉੱਤੇ ਅੱਜ ਦੀ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ, ਕਿਉਂਕਿ ਇੱਕ ਤਾਂ ਅਸੀਂ ਪ੍ਰਧਾਨ ਸਾਹਿਬ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਪਾਰਟੀ ਦੇ ਸਾਡੇ ਸੀਨੀਅਰ ਸਾਥੀ ਸਰਦਾਰ ਗੁਰਿੰਦਰ ਸਿੰਘ ਜੀ ਗੋਗੀ ਸਾਹਿਬ, ਸਾਬਕਾ ਮੈਂਬਰ SGPC, ਉਹਨਾਂ ਨੂੰ ਜ਼ਿਲ੍ਹੇ ਦਾ ਜਿਹੜਾ ਜਥੇਦਾਰ ਬਣਾਇਆ। ਉਸ ਫੈਸਲੇ ਦਾ ਸਾਰਿਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਕੀਤਾ। ਬਾਕੀ ਜਿਹੜੀ ਮੌਜੂਦਾ ਕਿਸਾਨੀ ਦਾ ਸੰਕਟ ਚੱਲ ਰਿਹਾ, ਉਹਦੇ ਉੱਪਰ ਵਿਸਤਾਰ ਦੇ ਨਾਲ ਵਿਚਾਰ ਚਰਚਾ ਕੀਤੀ ਹੈ ਤੇ ਕਿਸ ਤਰੀਕੇ ਅਸੀਂ ਜਿਹੜੀ ਆ ਉਹ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ, ਉਹਦੇ ਬਾਰੇ 'ਚ ਰਾਵਾਂ ਜਿਹੜੀਆਂ ਉਹ ਕੀਤੀਆਂ। ਇੱਕ ਮਿਊਨਿਸਪਲ ਕਮੇਟੀਆਂ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ, ਕਿਉਂਕਿ 6 ਚੋਣਾਂ ਸਾਡੇ ਜ਼ਿਲ੍ਹੇ ਦੇ ਵਿੱਚ ਆ, ਜਿਹਦੇ 'ਚ ਨੰਗਲ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਰੋਪੜ, ਚਮਕੌਰ ਸਾਹਿਬ ਤੇ ਮੋਰਿੰਡਾ, ਇਹਨਾਂ ਦੀ ਇਲੈਕਸ਼ਨ ਜਿਹੜੀ ਆ ਉਹਦੀ ਵਿਉਂਤਬੰਦੀ ਕਰਨ ਵਾਸਤੇ 5 ਤਰੀਕ ਤੱਕ ਜਿਹੜੀ ਆ ਉਮੀਦਵਾਰਾਂ ਦੀ ਜਿਹੜੀ ਅਸੀਂ ਸਿਲੈਕਸ਼ਨ ਕਰਨੀ ਹੈ। ਔਰ ਹੁਣ ਇੱਕ ਹੋਰ ਮੀਟਿੰਗ ਹੈ ਜਿਹਦੇ ਵਿੱਚ ਸਾਰੇ ਸਾਡੇ ਸਰਕਲਾਂ ਦੇ ਪ੍ਰਧਾਨ ਤੇ ਹੋਰ ਸੀਨੀਅਰ ਸਾਥੀ ਹੈ, ਜਿਹੜੇ ਅਸੀਂ ਜ਼ਿਲ੍ਹਾ ਜਥੇਬੰਦੀ ਜਿਹੜੀ ਆ ਉਹ ਵੀ ਫਾਈਨਲ ਜਿਹੜੀ ਆ ਉਹ ਅੱਜ ਕਰ ਲਿਆ। ਸੋ ਮੁੱਖ ਤੌਰ ਦੇ ਉੱਤੇ ਇਹ ਜਿਹੜਾ ਅੱਜ ਦੀ ਮੀਟਿੰਗ ਦਾ ਏਜੰਡਾ ਸੀ। ਮੈਨੂੰ ਖੁਸ਼ੀ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਨੌਜਵਾਨਾਂ ਨੇ ਵੀ ਪਾਰਟਿਸਿਪੇਟ ਕੀਤਾ, ਬੀਬੀਆਂ ਨੇ ਵੀ ਪਾਰਟਿਸਿਪੇਟ ਕੀਤਾ ਤੇ ਸਾਰਿਆਂ ਨੂੰ ਇਸ ਚੀਜ਼ ਦੀ ਆਪਾਂ ਹਦਾਇਤ ਵੀ ਦੇਣਾ ਚਾਹੁੰਦੇ ਆ ਕਿ ਸਰਕਾਰ ਤੇ ਸਾਲ ਸਵਾ ਸਾਲ ਬਾਅਦ ਬਦਲ ਹੀ ਜਾਣੀ ਹੈ ਤੇ ਜਿੰਨੇ ਵੀ ਅਧਿਕਾਰੀ ਨੇ ਉਹ ਬਿਲਕੁਲ ਨਿਰਪੱਖ ਹੋ ਕੇ ਚੋਣ ਕਰਾਉਣ। ਆਮ ਆਦਮੀ ਪਾਰਟੀ ਪੂਰੀ ਜ਼ਿੰਮੇਵਾਰੀ ਨਾਲ ਵਧੀਆ, ਇਮਾਨਦਾਰ, ਸਾਫ਼ ਛਵੀ ਵਾਲੇ, ਲੋਕਾਂ ਦੀ ਸੇਵਾ ਕਰਨ ਵਾਲੇ ਉਮੀਦਵਾਰ ਉਤਾਰੂਗੀ ਤੇ ਸਾਰੇ ਦੇ ਸਾਰੀ ਸੀਟਾਂ ਤੇ ਆਪਣੇ ਸਿੰਬਲ ਦੇ ਨਾਲ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਲੜੂਗੀ। ਜਿਸ ਤਰ੍ਹਾਂ ਜਰਨੈਲ ਜੀ ਨੇ ਦੱਸਿਆ, ਜਿਹੜੀਆਂ ਲੋਕਲ ਬਾਡੀਜ਼ ਦੀਆਂ ਇਲੈਕਸ਼ਨਾਂ ਨੇ
ਸਥਾਨਕ ਸਰਕਾਰਾਂ ਕਹਿੰਦੇ ਉਹਨੂੰ ਆਪਾਂ, ਮਤਲਬ ਡੈਮੋਕ੍ਰੇਸੀ ਦਾ ਬੇਸ ਹੈ ਇਹ। ਜੇ ਅਸੀਂ ਆਪਣੇ ਮੁਹੱਲਿਆਂ 'ਚੋਂ ਪੰਚਾਇਤੀ ਚੋਣਾਂ ਤੇ ਮਿਊਨਿਸਪਲ ਕਾਰਪੋਰੇਸ਼ਨ, ਇਹ ਬੇਸ ਹੈ। ਜੇ ਬੇਸ ਨਹੀਂ ਵਧੀਆ ਹੋਊਗੀ ਤਾਂ ਬਿਲਡਿੰਗ ਉਨੀ ਮਜ਼ਬੂਤ ਹੋਊਗੀ। ਜੇ ਅਸੀਂ ਆਪਣੇ ਮੁਹੱਲਿਆਂ 'ਚੋਂ, ਆਪਣੇ ਪਿੰਡਾਂ 'ਚੋਂ ਚੰਗੇ ਬੰਦਿਆਂ ਨੂੰ ਆਪਣੇ ਪ੍ਰਤੀਨਿਧੀ ਬਣਾਵਾਂਗੇ ਲੋਕਲ, ਔਰ ਇਹਦੇ ਵਿੱਚ ਇਹ ਨਹੀਂ ਹੈਗਾ ਕੋਈ ਕਿਸੇ ਕੋਟੇ 'ਚੋਂ ਟਿਕਟਾਂ ਜਾਣਗੀਆਂ, ਇਹ ਤਾਂ ਲੋਕਾਂ ਦੇ ਕੋਟੇ 'ਚੋਂ ਟਿਕਟਾਂ ਆਉਣਗੀਆਂ। ਕਿਉਂਕਿ ਉਹ ਬੰਦੇ ਜਿਹੜੇ ਨੇ, ਜਿਹੜੇ ਚਾਹੇ ਉਹ ਕੌਂਸਲਰ ਵਾਸਤੇ ਖੜਨਗੇ, ਚਾਹੇ ਉਹ ਮੇਅਰ ਵਾਸਤੇ, ਉਹ ਹਰ ਰੋਜ਼ ਉਹਨਾਂ ਲੋਕਾਂ ਦੇ, ਆਪਣੇ ਮੁਹੱਲੇ ਦੇ ਲੋਕਾਂ ਦੇ ਮੱਥੇ ਲੱਗਦੇ ਆ। ਸੋ ਉਹ ਜ਼ਿਆਦਾ ਜਾਣਦੇ ਨੇ ਲੋਕ ਕਿ ਕੌਣ ਕਿਹੋ ਜਿਹਾ। ਸੋ ਅਸੀਂ ਪਬਲਿਕ ਦੇ ਵਿੱਚੋਂ ਪੁੱਛ ਕੇ ਚੰਗੇ ਬੰਦੇ, ਪੜ੍ਹੇ ਲਿਖੇ ਬੰਦੇ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਦਫ਼ਤਰਾਂ ਜਾਣ, ਤਾਂ ਕਿ ਜਿਹੜੇ ਕਰੋੜਾਂ ਰੁਪਈਆਂ ਦੇ ਘੁਟਾਲੇ ਹੁੰਦੇ ਆ, ਬਹੁਤ ਵੱਡਾ ਮਹਿਕਮਾ ਹੈ ਸਥਾਨਕ ਸਰਕਾਰਾਂ ਦਾ, ਪਰ ਜਿਹੜੇ ਮਰਜ਼ੀ ਸ਼ਹਿਰ ਚਲੇ ਜਾਓ ਕੂੜੇ ਨਾਲ ਸ਼ੁਰੂ ਹੁੰਦੇ ਆ। ਅਵਾਰਾ ਪਸ਼ੂਆਂ ਦੀ ਦਿੱਕਤ, ਸੀਵਰੇਜ ਦੀ ਦਿੱਕਤ, ਗੰਦ ਦੀ ਜਿਹੜੀ ਢੇਰ ਲੱਗੇ ਨੇ ਸੀਵਰੇਜ ਦੀ, ਜਿਹੜੇ ਪਾਣੀ ਆ ਉਹ ਲੋਕਾਂ ਦੇ ਘਰਾਂ ਤੱਕ ਵਾਪਸ ਪਹੁੰਚ ਜਾਂਦਾ। ਇਹ ਤਾਂ ਹੈ ਕਿਉਂਕਿ ਉੱਥੇ ਕਰਪਸ਼ਨ ਬਹੁਤ ਹੈ। ਉੱਥੇ ਚੰਗੇ ਬੰਦੇ ਜਿਹੜੇ ਨੇ ਚੁਣ ਕੇ ਭੇਜੋ, ਤਾਂ ਆਮ ਆਦਮੀ ਪਾਰਟੀ ਆਪਣੇ ਝਾੜੂ ਦੇ ਚੋਣ ਨਿਸ਼ਾਨ ਤੇ ਇਲੈਕਸ਼ਨ ਲੜੂਗੀ, ਤਾਂ ਕਿ ਸ਼ਹਿਰਾਂ ਦੀ, ਕਸਬਿਆਂ ਦੀ ਗੰਦਗੀ ਨੂੰ ਸਾਫ਼ ਕੀਤਾ ਜਾ ਸਕੇ। ਉਧਰ ਬੀਤੇ ਦਿਨੀ ਪੰਜਾਬ ਦੇ ਵਿੱਚ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਜਪਾ ਆਗੂਆਂ ਦੇ ਵੱਲੋਂ ਰੈਲੀਆਂ ਦੇ ਰੂਪ ਦੇ ਵਿੱਚ ਪ੍ਰੋਗਰਾਮ ਕੀਤੇ ਗਏ ਸੀ, ਜਿਨ੍ਹਾਂ ਪ੍ਰੋਗਰਾਮਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਸੰਬੋਧਨ ਕੀਤਾ ਜਾਣਾ ਸੀ। ਪਰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅਤੇ ਦੇਸ਼ ਦੇ ਹੋਰ ਕਈ ਹਿੱਸਿਆਂ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਮਿਲਣ ਦੇ ਲਈ ਪੰਜਾਬ ਭਾਜਪਾ ਦੇ ਆਗੂ ਪਹੁੰਚੇ ਨੇ ਅਤੇ ਉਹਨਾਂ ਨੇ ਇਸ ਮੌਕੇ ਦੇ ਉੱਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕਿ ਕੁਝ ਕਹਿੰਦੇ ਨੇ ਭਾਜਪਾ ਆਗੂ, ਉਹ ਸੁਣਾਉਂਦੇ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਰਵਨੀਤ ਬਿੱਟੂ ਦਾ ਪ੍ਰਤੀਕਰਮ ਹੈ। ਬਿੱਟੂ ਨੇ ਭਾਜਪਾ ਨੂੰ ਮੋੜਮਾ ਜਵਾਬ ਦਿੱਤਾ ਹੈ। ਕਿ ਕੁਝ ਕਹਿੰਦੇ ਨੇ ਰਵਨੀਤ ਬਿੱਟੂ, ਉਹ ਵੀ ਇਸ ਤੋਂ ਬਾਅਦ ਸੁਣਾਵਾਂਗੇ। ਅਸੀਂ ਬੜੇ ਸਪਸ਼ਟ ਤਰੀਕੇ ਨਾਲ ਡੀਜੀਪੀ ਸਾਹਿਬ ਨੂੰ ਕਹਿ ਕੇ ਆਏ ਹਾਂ ਕਿ ਪੁਲਿਸ ਦੀਆਂ ਜੋ ਡਿਊਟੀਆਂ ਹੈ ਉਹਨਾਂ ਨੂੰ ਠੀਕ ਤਰੀਕੇ ਨਾਲ ਨਿਭਾਓ। ਜੋ ਕੁਝ ਹੁਣ ਤੱਕ ਹੋ ਰਿਹਾ ਉਹਦੇ ਨਾਲ बीजेपी स्टेट यूनिट बिल्कुल सैटिस्फाइड नहीं है। कोई किन्ने बंदे लाते किन्ने नहीं लाते ਉਹਦੇ ਨਾਲ ਸਾਡੀ ਤਸੱਲੀ ਨਹੀਂ। ਤਸੱਲੀ ਸਾਡੀ ਉਸ ਗੱਲ ਨਾਲ ਹੈ ਵੀ ਕਿਆ ਪੁਲਿਸ ਦਾ ਪ੍ਰੈਸ਼ਰ ਹੈ ਕਿਤੇ, ਕੋਈ ਤੁਹਾਡੇ ਬੰਦਿਆਂ ਤੋਂ ਕੋਈ ਡਰਦਾ, ਜਾਂ ਤੁਸੀਂ ਕਿਸੇ ਨੂੰ ਡਾਂਚ ਕਾਮਯਾਬ ਹੋਏ ਆ। ਜੋ ਕਿਸਾਨ ਜਾਂ ਕਿਸਾਨਾਂ ਦੇ ਨਾਂ ਤੇ ਲੋਕ ਆ ਕੇ ਉੱਤੇ ਹੱਲਾ ਗੁੱਲਾ ਕਰਦੇ ਆ, ਤੁਸੀਂ ਉੱਤੇ ਹੱਥ ਜੋੜ ਕੇ ਖੜੇ ਹੋ ਜਾਂਦੇ ਆ। ਅਟਲ ਬਿਹਾਰੀ ਵਾਜਪਾਈ ਦਾ ਜੋ ਸਟੇਚਰ ਹੈ, ਜੋ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਪਾਪੂਲਰ ਪ੍ਰਾਈਮ ਮਿਨਿਸਟਰ ਹੋਏ ਆ, ਉਹਨਾਂ 'ਚ ਹੀ ਵਾਸ ਵਨ ਆਫ ਦੀ ਮੋਸਟ ਪਾਪੂਲਰ ਪ੍ਰਾਈਮ ਮਿਨਿਸਟਰ। ਇਹ ਠੀਕ ਹੈ, ਮੋਦੀ ਸਾਹਿਬ ਨੇ ਆਪਣੇ ਕੰਮ ਦੇ ਨਾਲ ਉਹਨਾਂ ਦੇ ਵੀ ਉੱਪਰ ਪਪੂਲੈਰਿਟੀ ਗ੍ਰਹਿਣ ਕੀਤੀ ਹੈ, ਨੈਸ਼ਨਲ ਲੈਵਲ ਤੇ ਵੀ, ਇੰਟਰਨੈਸ਼ਨਲ ਲੈਵਲ ਤੇ ਵੀ। ਪਰ ਤੁਸੀਂ ਦੱਸੋ ਵੀ ਪ੍ਰਾਈਮ ਮਿਨਿਸਟਰ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾਉਣ ਵਾਸਤੇ ਪ੍ਰੋਗਰਾਮ ਹੋ ਰਿਹਾ, ਔਰ ਪਾਰਟੀ ਦੀ ਹਦਾਇਤ ਹੈ ਵੀ ਕਿਸੇ ਨੇ ਉੱਥੇ ਐਡਰੈਸ ਕਰਦੇ ਹੋਏ ਸਵੈ ਅਟਲ ਜੀ ਦੇ ਜੀਵਨ ਤੋਂ ਇਲਾਵਾ ਕੁਝ ਨਹੀਂ ਬੋਲਣਾ। ਕਿਸਾਨਾਂ ਦੇ ਮੁੱਦੇ ਤੇ ਕੋਈ ਨਹੀਂ ਬੋਲੇਗਾ, ਸਿਰਫ ਪ੍ਰਧਾਨ ਮੰਤਰੀ ਬੋਲਣਗੇ। ਔਰ ਪ੍ਰਧਾਨ ਮੰਤਰੀ ਨੇ ਜੋ ਐਡਰੈਸ ਕੀਤਾ ਉਹ ਤੁਸੀਂ ਲੋਕਾਂ ਨੂੰ ਸੁਣਾਉਣਾ। ਉਹ ਸੁਣਾਉਣ ਵਾਸਤੇ ਅਸੀਂ ਟੈਂਟ ਲਾਏ, ਸਾਰੇ ਅਰੇਂਜਮੈਂਟ ਕੀਤੇ, ਸਭ ਕੁਝ ਕੀਤਾ। ਉਹ ਵੀ ਪੀਸਫੁਲੀ ਨਹੀਂ ਹੋ ਸਕੇ ਜੇ ਪ੍ਰਾਈਮ ਮਿਨਿਸਟਰ ਅਟਲ ਬਿਹਾਰੀ ਵਾਜਪਾਈ ਦੇ ਐਡੇ ਵੱਡੇ ਨੈਸ਼ਨਲ ਔਰ ਇੰਟਰਨੈਸ਼ਨਲ ਫੇਮ ਦੇ ਆਦਮੀ ਤੇ ਜਨਮ ਦਿਨ ਦੇ ਉੱਤੇ ਇੰਨਾ ਹੱਲਾ ਗੱਲਾ ਹੋ ਸਕਦਾ ਹੈ। ਵੇਅਰ ਵੀ ਸਟੈਂਡ, ਵੇਅਰ ਇਜ਼ ਡੈਮੋਕ੍ਰੇਸੀ? ਯਾ ਲੋਕਾਂ ਦੀ ਸੁਰੱਖਿਆ ਕਿੱਥੇ ਹੈ? ਲੋਕਾਂ ਦੇ ਜੋ ਅਧਿਕਾਰ ਬੋਲਣ ਦੇ, ਵਿਚਾਰ ਰੱਖਣ ਦੇ, ਉਹ ਕਿੱਥੇ ਹੈ? ਦੇਖੋ ਦੋ ਗੱਲਾਂ ਅੱਜ ਹੋਈਆਂ। ਇੱਕ ਤਾਂ ਜਿਹੜੀ ਸਭ ਤੋਂ ਵੱਡੀ ਸੱਟ ਉਹਨਾਂ ਨੇ ਮਾਰੀ ਅੱਜ, ਜਿਹੜੀ ਇੱਕ IPS ਇੰਡੀਅਨ ਪੁਲਿਸ ਸਰਵਿਸ, ਜਿਹੜੀ ਕਿ ਇੱਕ ਹੋਮ ਮਿਨਿਸਟਰੀ ਦੇ ਅੰਡਰ ਇੱਕ ਸਾਰੇ ਦੇਸ਼ ਤੋਂ ਕੇਡਰ ਮਿਲਦਾ ਏ। ਕਿਸੇ ਵੀ ਉਹ ਜਿਹੜਾ ਬੰਦਾ ਇਸ ਲੈਵਲ ਤੇ ਜਾ ਕੇ ਉਹ ਇੰਟੈਲੀਜੈਂਟ ਪੇਪਰ ਦਿੰਦਾ, ਪਾਸ ਹੁੰਦਾ, ਤੇ ਕੇਡਰ ਉਹਨੂੰ ਕੋਈ ਵੀ ਮਿਲ ਜਾਣਾ। ਤੇ ਇਹ ਕਦੇ ਹੋ ਸਕਦਾ ਵੀ ਇੱਕ ਇੰਡੀਅਨ ਪੁਲਿਸ ਸਰਵਿਸ ਦਾ, ਉਹ ਵੀ DGP, ਉਹ ਵੀ ਦਿਨਕਰ ਗੁਪਤਾ ਸਾਹਿਬ ਵਰਗਾ, ਜਿਹੜਾ ਕਿ ਹੈ, ਮੈਂ ਹੈਰਾਨ ਆ, ਵਧੀਆ ਤੋਂ ਵਧੀਆ ਟੈਰਰਿਜ਼ਮ ਵੇਲੇ ਇਹ ਕੁਝ ਚੰਦ ਲੋਕ ਸੀ ਜਿਨ੍ਹਾਂ ਨੇ ਅੱਤਵਾਦ ਖਤਮ ਕੀਤਾ ਸੀ। ਇਹ BJP ਵੀ ਉਹਨਾਂ ਦੀ ਵਾਹ-ਵਾਹ ਕਰਦੀ ਸੀ। ਇਹੀ DGP ਸੀ ਪਹਿਲਾਂ, ਇਹਨਾਂ ਦੀਆਂ ਸਰਕਾਰਾਂ 'ਚ ADGP ਰਹੇ, ਇਹਨਾਂ ਦੀਆਂ ਸਰਕਾਰਾਂ 'ਚ ਉਹਨਾਂ ਨੇ IB ਇੰਟੈਲੀਜੈਂਸ ਏਜੰਸੀ 'ਚ ਐਡਾ ਵੱਡਾ ਕੰਮ ਕੀਤਾ ਹੈ। ਤੇ ਅੱਜ ਇਹ ਤਾਂ ਬਹਾਨੇ ਆ। ਪੁਲਿਸ ਦੀ ਗੱਲ ਇਹ ਕਹਿ ਕੇ DGP ਨੂੰ
ਭਾਈ ਸਾਹਿਬ ਡੀਜੀਪੀ ਤਾਂ ਕੰਟਰੋਲ 'ਚ ਇਹ ਕੰਮ ਕਰੀ ਬੈਠਾ ਏ। ਜਿਹੜੇ ਨਾਲ ਤੁਹਾਡੇ ਗਨਮੈਨ ਮੁੰਡੇ ਨੇ, ਤੁਹਾਡੇ ਡਰਾਈਵਰ ਮੁੰਡੇ ਆ, ਉਹ ਵੀ ਮਜ਼ਦੂਰਾਂ ਦੇ ਆ ਜਾਂ ਉਹ ਕਿਸਾਨਾਂ ਦੇ ਮੁੰਡੇ ਆ? ਤੁਹਾਨੂੰ ਤਾਂ ਉਹਨਾਂ ਤੋਂ ਵੀ ਡਰ ਲੱਗਦਾ ਹੁਣ। ਤੇ ਇੱਥੋਂ ਮੋਦੀ ਸਾਹਿਬ ਤੇ ਪ੍ਰਾਈਮ ਮਿਨਿਸਟਰ ਇੱਥੋਂ ਬਥੇਰੀਆਂ ਸਿਕਿਉਰਿਟੀਆਂ ਪੈਰਾਮਿਲਟਰੀ ਫੋਰਸਿਸ ਦੇ ਦੇਣ ਇਹਨਾਂ ਨੂੰ। ਜੇ ਭਾਈ ਉਹਨਾਂ ਤੇ ਨਹੀਂ, ਇਹਨਾਂ ਨੂੰ ਤਾਂ ਹਰ ਜਗ੍ਹਾ ਸੂਬੇ 'ਚ ਜਿੱਥੇ ਦੇ ਇਹਨਾਂ ਦੇ ਆਪੋਜ਼ਿਟ ਸਰਕਾਰਾਂ ਏ, ਇਹ ਉੱਥੇ ਦੀ ਪੁਲਿਸ ਤੇ ਕਹਿੰਦੇ ਆ ਵਿਸ਼ਵਾਸ ਉੱਡ ਗਿਆ। ਇਸ ਕਰਕੇ ਇਹ ਆਈਪੀਐਸ ਕੇਡਰ ਨੇ ਇਹ ਇਹੋ ਜਿਹੀ ਗੱਲ, ਇੱਕ ਇੰਨੀ ਨੌਕਰੀ ਕਰਨ ਤੋਂ 40 ਸਾਲ ਬਾਅਦ, ਤੇ ਉਹਨਾਂ ਦੇ ਵਾਈਫ ਆਈਐਸ ਜਿਹੜੇ ਚੀਫ ਸੈਕਟਰੀ ਨੇ, ਤੁਸੀਂ ਆ ਧੱਬਾ ਲਾਉਣ ਦੀ ਗੱਲ ਕਰ ਰਹੇ ਹੋ ਯਾਰ। ਇਹ ਕਿਵੇਂ? ਇਹ ਬਹੁਤ ਇੱਕ, ਤੁਸੀਂ ਤਾਂ ਆਪਣਾ ਬਿਆਨ ਦੇਤਾ, ਉਹ ਛਪ ਜਾਊਗਾ, ਪਰ ਤੁਸੀਂ ਇੱਕ ਬਹੁਤ ਹੀ ਛੋਟੀ ਗੱਲ ਕੀਤੀ ਆ। ਉਧਰ ਭਾਜਪਾ ਆਗੂ ਤਰੁਣ ਚੁੱਗ ਨੇ ਵੀ ਪੰਜਾਬ ਦੇ ਵਿੱਚ ਭਾਜਪਾ ਦੇ ਆਗੂਆਂ ਦੇ ਨਾਲ ਲਗਾਤਾਰ ਹੋ ਰਹੇ ਵਿਹਾਰ ਦੇ ਉੱਤੇ ਟਿੱਪਣੀ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬਾਕੀ ਸਿਆਸੀ ਪਾਰਟੀਆਂ ਨੂੰ ਆਪਣੀ ਪ੍ਰੋਗਰਾਮ ਕਰਨ ਦਾ ਅਧਿਕਾਰ ਹੈ, ਉਸੇ ਤਰ੍ਹਾਂ ਭਾਜਪਾ ਨੂੰ ਵੀ ਅਧਿਕਾਰ ਹੈ। ऐसा है कि वार्ता ਦੇ ਕਈ ਦੌਰ ਹੋ ਗਏ ਔਰ ਇੱਕ ਅੱਧੇ ਦਿਨ 'ਚ ਫਿਰ ਇੱਕ ਵਾਰਤਾ ਦਾ ਦੌਰ ਹੈ। ਮੈਨੂੰ ਲੱਗਦਾ ਹੈ ਕਿ ਦੋਨੋਂ ਧਿਰਾਂ ਬੈਠਣਗੀਆਂ ਔਰ ਬੜੇ ਅੱਛੇ ਮਾਹੌਲ 'ਚ ਟਾਕਸ ਹੋ ਰਹੀਆਂ ਔਰ ਇਹ ਟਾਕਸ ਦਾ ਐਂਡ ਸੁਹਾਵਣਾ ਹੋਏਗਾ। ਦੁਖਦ ਹੈ, ਡੈਮੋਕ੍ਰੇਸੀ 'ਚ, ਲੋਕਤੰਤਰ 'ਚ ਗੱਲ ਨਾਲ ਚੀਜ਼ਾਂ ਹੱਲ ਹੁੰਦੀਆਂ ਔਰ ਜਿਹੜਾ ਕੌਨਸਟੀਟਿਊਸ਼ਨ ਹੈ, ਹਰ ਪੋਲੀਟੀਕਲ ਪਾਰਟੀ ਨੂੰ ਆਪਣੀ ਐਕਟੀਵਿਟੀ ਕਰਨ ਦਾ, ਹਰ ਵਿਅਕਤੀ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਦਿੰਦਾ ਹੈ। ਜਿੰਨਾ ਅਧਿਕਾਰ ਸੀਪੀਆਈ, ਸੀਪੀਐਮ ਔਰ ਕਾਂਗਰਸ ਦੇ ਔਰ ਐਸਏਡੀ ਦੇ ਲੋਕਾਂ ਕੋਲ ਹੈ, ਉਨਾ ਹੀ ਅਧਿਕਾਰ ਬੀਜੇਪੀ ਦੇ ਲੋਕਾਂ ਕੋਲ ਵੀ ਹੈ। ਐਸਾ ਕੇਜਰੀਵਾਲ ਸਾਹਿਬ ਕੁਝ ਵੀ ਬੋਲ ਸਕਦੇ ਨੇ, ਮੈਂ ਉਹਨਾਂ ਨੂੰ ਚੈਲੰਜ ਦੇਣਾ, ਜਿੱਥੇ ਉਹ ਚਾਹੁੰਦੇ ਮੈਂ ਉਹਨਾਂ ਦੇ ਚੈਲੰਜ ਨੂੰ ਸਵੀਕਾਰ ਕਰਨਾ। ਆਓ ਬਹਿਸ ਕਰਕੇ ਦੇਖ ਲੈਂਦੇ ਆ ਕ੍ਰਿਸ਼ੀ ਬੁੱਲਿਆਂ ਦੇ ਉੱਤੇ। ਆਪ ਤੇ ਸਾਡਾ ਕਿਰਦਾਰ ਕੀ ਹੈ ਕੇਜਰੀਵਾਲ ਸਾਹਿਬ? ਅਸੀਂ ਕਾਰਪੋਰੇਸ਼ਨ ਦੀ ਪਾਰਟੀ ਹੈ, ਜਿਹੜੀ ਕਾਰਪੋਰੇਸ਼ਨ ਆਪ ਨੂੰ ਕਹਿੰਦੀ ਕਿ ਜੀ ਸਾਡੇ ਤੇ ਕੋਈ ਫਾਰਮਰ ਨਹੀਂ, ਤੇ ਫਾਰਮਰਸ ਦੇ ਉੱਤੇ ਵੱਡੀਆਂ ਵੱਡੀਆਂ ਢੀਂਗਾਂ ਮਾਰ ਰਹੇ ਹੋ ਅਸੀਂ। ਉਧਰ ਹਰਿਆਣਾ ਤੋਂ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਇੱਕ ਪੱਤਰ ਲਿਖਿਆ ਗਿਆ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ, ਅਤੇ ਇਸ ਦੇ ਵਿੱਚ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਤੇ ਇਹਨਾਂ ਖੇਤੀ ਕਾਨੂੰਨਾਂ ਨੂੰ ਬਾਕੀ ਸੂਬਿਆਂ ਦੇ ਆਧਾਰ ਦੇ ਉੱਤੇ ਹੀ ਰੱਦ ਕੀਤਾ ਜਾਵੇ। ਤੇ ਇਸ ਮੌਕੇ ਦੇ ਉੱਤੇ ਉਹਨਾਂ ਭਾਜਪਾ ਦੇ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਕਿਹਾ ਹੈ ਕਿ ਤੁਸੀਂ ਜੋ ਕੁਝ ਹੁਣ ਤੱਕ ਕੀਤਾ ਹੈ ਉਹ ਨਿੰਦਣਯੋਗ ਹੈ। हरियाणा कृषि प्रधान प्रदेश है। हरियाणा में लाखों किसान लगातार 1 महीने से ऊपर ठंड के अंदर बैठे हुए, 40 से ऊपर किसान अपना बलिदान दे चुके हैं। खट्टर साहब ने अहंकार बस बहुत से किसानों के ऊपर मुकदमे बनाए, इनको आतंकवादियों के साथ जोड़ा। मैंने उनसे निवेदन किया कि आप विधानसभा का विशेष सत्र बुलाएं, जनता की भावना को दिमाग में रखते हुए इन काले कानूनों का विरोध करें और केंद्र को हरियाणा सरकार के रिकमेंडेशन भेजें, और जो किसानों पर मुकदमे बनाए हैं उनको मुकदमे वापस ले और माफी मांगे। मैंने ये निवेदन अपने पत्र के माध्यम से मनोहर लाल खट्टर जी को किया है, ताकि हरियाणा जो कृषि प्रदेश है, वहां के अन्नदाता और पूरे देश के अन्नदाता वहां पर आकर बैठे हुए हैं, उनके मन के अंदर जो पीड़ा है कुछ कम हो सके। किस प्रकार 4 डिग्री के टेम्परेचर में रात को ऊपर छत नहीं है, नीचे जमीन ठंडी है, सैनिटेशन की प्रॉपर व्यवस्था ही नहीं है, और ये कृषि कानून के फायदे गिनवा रहे हैं। इनके सांसद, इनके मंत्री, इनके विधायक अन्नदाता का, किसान का उपहास उड़ा रहे हैं। मैंने निवेदन किया है खट्टर साहब से, आप एक विशेष सत्र बुलाएं और इस सत्र के अंदर इन बिलों पर चर्चा करवाएं। मैं दावे के साथ कह सकता हूं कि आज की तारीख में हरियाणा सरकार अल्पमत के अंदर है। विधायक अपनी अंतरात्मा से अगर बात करेंगे तो किसानों के साथ मिलेंगे। जो अनैतिक गठबंधन आज जेजेपी और बीजेपी का है, कुछ विधायक तो साफ तौर पर बोल चुके हैं। ऐसे में जनता की भावनाओं को दिमाग में रखते हुए जनता के चुने हुए विधायकों को अपनी भावना को खुल के प्रकट करना चाहिए। उधर दिल्ली के जंतर मंतर के उत्ते पंजाब के कांग्रेसी आगूआं का लगातार डेरा लग्या होया है ते धरना लगातार जारी है, जिस दे विच पंजाब के सांसद भी मौजूद ने ते पंजाब के विधायक भी मौजूद ने।
ਇਹਨਾਂ ਧਰਨੇ ਦੇ ਵਿੱਚ ਬੈਠੇ ਵਿਧਾਇਕਾਂ ਤੇ ਸੰਸਦਾਂ ਨੂੰ ਮਿਲਣ ਦੇ ਲਈ ਵੱਖ-ਵੱਖ ਸੀਨੀਅਰ ਕਾਂਗਰਸੀ ਆਗੂ ਸਮੇਂ-ਸਮੇਂ ਦੇ ਉੱਤੇ ਪਹੁੰਚ ਰਹੇ ਨੇ ਤੇ ਇੱਕ ਵਾਰ ਫਿਰ ਤੋਂ ਸੀਨੀਅਰ ਆਗੂ ਇਹਨਾਂ ਕਾਂਗਰਸੀ ਆਗੂਆਂ ਨੂੰ ਮਿਲਣ ਦੇ ਲਈ ਪਹੁੰਚੇ ਨੇ। ਕਿ ਕੁਝ ਇਸ ਮੌਕੇ ਦੇ ਉੱਤੇ ਉਹਨਾਂ ਕਿਹਾ, ਆਓ ਸੁਣਦੇ ਹਾਂ। That's what I am telling. Last 22 days, our colleagues from Punjab is sitting here, MPs and MLAs are sitting here for a genuine demand for a winter session for discussing this farmers and the farmer bill issue. But government is totally insensitive. Not only here, last 33 days, our genuine farmers are agitating in the street. Because without considering the weather condition, without considering our COVID-19 situation, they are in the field, they are in the agitation mode. Day by day, farmers are suiciding, the farmers are dying. But this government is totally insensitive. The government doesn't want to hear the voice of the farmers. Then government will listen whose voice? Farmers are the annadatas of the country. They are not even ready to listen the farmers. Then whom they are going to listen? When this bill has been passed in the Rajya Sabha also, that has been passed most undemocratically, without taking the parliamentary procedure, bypassing all the parliament procedure. They have been passed this bill. That point of time itself, Congress party is standing against this anti-farmers law. We are demanding to withdraw this law. ਦੇਸ਼ ਦੀ ਸਾਬਕਾ ਸਿੱਖਿਆ ਮੰਤਰੀ ਅਤੇ ਭਾਜਪਾ ਆਗੂ ਸਿਮਰਤੀ ਇਰਾਨੀ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਮੋਦੀ ਦੇ ਅਗਵਾਈ ਦੇ ਵਿੱਚ ਦੇਸ਼ ਦੇ ਅੱਗੇ ਵਧਣ ਦੀ ਗੱਲ ਆਖੀ ਗਈ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਸਬਕਾ ਸਾਥ ਸਬਕਾ ਵਿਕਾਸ ਦੇ ਤਹਿਤ ਹੀ ਭਾਜਪਾ ਅਤੇ ਦੇਸ਼ ਦੋਹਾਂ ਦਾ ਵਿਕਾਸ ਹੋ ਰਿਹਾ ਹੈ। भारत के नवनिर्माण में रिफॉर्म की गति को रुकने नहीं दिया। इन सभी विकास के कार्यों को देखकर जनता ने पुनः इन सभी चुनावों में अपना विश्वास नरेंद्र मोदी और भारतीय जनता पर प्रतिस्थापित किया और विपक्ष को दो टूक जवाब देने के लिए आज भाजपा उन सभी नागरिकों का दिल से आभार और अभिनंदन करती है। ਉਧਰ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਬੀਤੇ ਦਿਨਾਂ ਤੇਜ਼ ਅਤੇ ਹਲਕੀ ਮੀਂਹ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ, ਜਿਸ ਦੇ ਚੱਲਦਿਆਂ ਠੰਡ ਦੇ ਵਿੱਚ ਵੀ ਵਾਧਾ ਹੋਇਆ ਹੈ ਤੇ ਲਗਾਤਾਰ ਇਸ ਪਾਰੇ ਦੇ ਡਿੱਗਣ ਦੇ ਨਾਲ ਲਗਾਤਾਰ ਸ਼ੀਤ ਹਵਾਵਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਤੇ ਕੜਾਕੇ ਦੀ ਠੰਡ पूरे भारत ਦੇ ਵਿੱਚ ਪੈਣੀ शुरू हो चुकी है। जैसे IMD ने पहले फोरकास्ट किया था कि 27 तारीख को बारिश होने के चांसेस रहेंगे। हल्की बारिश हुई है, खासकर नॉर्थ पंजाब और नॉर्थ हरियाणा में हमारी बारिश रिपोर्ट हुई है, चंडीगढ़ में भी बारिश हुई है, जिसका फोरकास्ट हमने पहले 5 दिन पहले बताया था कि इस दिन ये जो बारिश हुई है मेनली वेस्टर्न डिस्टर्बेंस के कारण हुई है। वेस्टर्न डिस्टर्बेंस के कारण जो हमारा यूजुअली विंटर्स में रेनफॉल होता है, ये वही वेस्टर्न डिस्टर्बेंस है जिसके कारण बारिश हुई है। अब आने वाले 3-4 दिन जो है मेनली ड्राई वेदर करेगा, जो ड्राई वेदर रहेगा, और इसी के साथ जो ठंड है, रात की ठंड है वो बढ़ेगी, टेम्परेचर मिनिमम टेम्परेचर फॉल करेंगे और हमारा जो धुंध है, हमारी घनी धुंध, डेंस टू वेरी डेंस फॉग होने के चांसेस भी हैं अगले 3 से 4 दिन। ਜੇਕਰ ਤੁਸੀਂ ਵੀ ਆਪਣੀਆਂ ਗੱਡੀਆਂ ਦੇ ਉੱਤੇ ਜਾਤੀ ਸੂਚਕ ਸ਼ਬਦ ਲਿਖਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੋ ਸਕਦੀ ਹੈ, ਕਿਉਂਕਿ यूपी ਦੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ, ਜਿਨ੍ਹਾਂ ਹੁਕਮਾਂ ਦੇ ਉੱਤੇ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ। यूपी ਦੇ ਟਰਾਂਸਪੋਰਟ ਵਿਭਾਗ ਦੇ ਹੁਕਮ ਨੇ ਕਿ ਕੋਈ ਵੀ ਆਪਣੀ ਗੱਡੀ ਦੇ ਉੱਤੇ जाति सूचक शब्दों का प्रयोग नहीं कर सकेगा। जो नंबर प्लेट होती है उसका एक प्रेस्क्राइब फॉर्म होता है जो रूल 50 CMBR में दिया हुआ है, और नंबर प्लेट पर केवल व्हीकल के रजिस्ट्रेशन मार्क के अलावा और कुछ भी लिखा नहीं जाना चाहिए। रूल्स में यही दिया हुआ है कि प्रेस्क्राइब फॉर्म में आप लिखेंगे, अगर उसके अतिरिक्त कुछ भी लिखा जाता है तो वह विधि संगत नहीं है। देखिए, नंबर प्लेट के बारे में आपको बता दिया कि नंबर प्लेट लिखने का एक प्राविधान है। उसके अलावा बॉडी का जो है, कहीं भी कुछ भी लिखने के बारे में कोई न प्राइवेटरी क्लॉज है और न कहीं लिखने की कोई अनुमति है। पंजाब इस वेले दे विच फिलहाल दी इन्ना ही, फिर मुड़ हाजिर होवांगे नवीं ते ताज़ा अपडेट्स दे नाल। तद तक लई मैनूं दिओ इजाज़त। बहुत बहुत धन्नवाद।